ਅੱਜ ਪਿੰਡ ਬੇਨੜਾ ਦੇ ਵਿੱਚ ਖੜੇ ਹਾਂ। ਬੇਨੜਾ ਪਿੰਡ ਭਗਵੰਤ ਮਾਨ ਦੇ ਵੱਲੋਂ ਗੋਦ ਲਿਆ ਜਾਂਦਾ ਹੈ। ਕਿੰਨਾ ਕੁ ਵਿਕਾਸ ਹੋਇਆ ਹੈ, ਅੱਜ ਉਹ ਵਿਕਾਸ ਦੀਆਂ ਤਸਵੀਰਾਂ ਦਿਖਾਵਾਂਗੇ। ਗੱਲਬਾਤ ਪਿੰਡ ਦੇ ਲੋਕਾਂ ਨਾਲ ਕਰਾਂਗੇ। ਉਹ ਕੀਤੀ ਲਾਈਟ ਸਾਨੂੰ ਨਹੀਂ ਤੀ, ਪਾਣੀ ਸਾਨੂੰ ਨਹੀਂ ਤੀ, ਤੇ ਪਲੈਸਾਂ ਸਾਨੂੰ ਨਹੀਂ ਮਿਲਦੀਆਂ ਤੀਆਂ। ਕਿਹਨੇ ਕਰੀਆਂ? ਕਿਹਦੀਆਂ ਤੇ ਉਹ ਪਤਾ ਕਿਹਨੂੰ ਗਿਆ? ਸਭ ਲੋਕਾਂ ਨੂੰ ਪਤਾ ਵੀ ਕਿਹਦੀਆਂ ਤੇ ਉਹ। ਹਾਂ, ਇਹ ਝਾੜੂ ਵਾਲਿਆਂ ਦੀਆਂ ਤੀਆਂ ਬਾਈ। ਪਾਵਰ ਦਾ ਉਹਨਾਂ ਦੀ ਬੋਲ 24 ਘੰਟੇ ਲਾਈਟ, 1 ਘੰਟਾ ਨਹੀਂ ਸਕਿੰਟ ਨਹੀਂ ਮਰੀ ਨੇ। ਮੱਛਰ ਉੱਥੇ ਖਾ ਜਾਂਦਾ। ਬਾਬਾ ਤਾਂ ਕਹਿੰਦੇ ਬ੍ਰੈਸਲੇਟ ਵੀ ਕਾਂਗਰਸੀਆਂ ਦਾ ਪਾਈ ਫਿਰਦਾ, ਕਹਿੰਦੇ ਕਿਧਰ ਦੇ ਗਏ ਬਾਬਾ ਵੋਟ ਇਸ ਵਾਰ ਕਿਹੜੇ ਪਾਸੇ ਨੂੰ? ਚੱਲ ਯਾਰ ਕਾਹਨੂੰ ਪੁੱਛੀ ਯਾਰ ਸਾਨੂੰ। ਹੁਣ ਜਦੋਂ ਗਾਹਾਂ ਨੂੰ ਇਹ ਮੰਤਰੀ ਬਣ ਗਏ, ਸਾਨੂੰ ਅਸੀਂ ਇਹਨੂੰ ਵੀ ਪੁੱਛ ਲਾਂਗੇ। ਇਹ ਕੀ ਸਾਡੀ ਭੂਆ ਦਾ ਪੁੱਤ ਕਹਿ ਦਾਂਗੇ ਭਾਈ ਬਾਈਕਾਟ ਹੈ, 4 ਸਾਲ ਇਹਨੂੰ ਦੇਖ ਲਾਂਗੇ। ਇੱਕ ਪਾਸੇ ਦਲਵੀਰ ਗੋਲਡੀ ਤੁਹਾਡੇ ਨੇੜੇ ਦਾ ਧੂਰੀ ਦਾ ਖੜਾ ਹੈ, ਇੱਕ ਪਾਸੇ ਭਗਵੰਤ ਮਾਨ। ਪਿੰਡ ਦਾ ਝੁਕਾਅ ਕਿਹੜੇ ਵਾਲੇ ਪਾਸੇ ਨੂੰ ਜ਼ਿਆਦਾ ਤਾਂ ਦੇਖ ਝਾੜੂ ਦੇ ਹੀ ਜ਼ਿਆਦਾ। ਝੂਠ ਬਕਵਾਸ ਮਾਰੀ ਜਾਂਦੇ ਲੋਕ। ਇੱਕ ਜਿਨ੍ਹਾਂ ਨੂੰ ਉਹੀ ਨਜ਼ਲਾ ਜ਼ੁਕਾਮ ਹੋ ਜਾਂਦਾ ਕਿਸੇ ਪਾਰਟੀ ਤੋਂ। ਹੁਣ ਮੈਂ ਤੁਹਾਨੂੰ ਕੈਪਟਨ ਦਾ ਕਿਹਾ ਵੀ ਝੂਠੇ ਸੌਹਾਂ ਗਈਆਂ, ਉਹ ਬਾਦਲਾਂ ਨਾਲ ਰਲਿਆ ਪਿਆ ਸੀ। ਅੱਜ ਜ਼ੀਰੋ ਹੈ, ਹੀਰੋ ਤੋਂ ਜ਼ੀਰੋ ਹੋ ਗਿਆ, ਕੋਈ ਪੁੱਛਦਾ ਨਹੀਂ ਉਹਨੂੰ। ਫਿਰ ਇਸ ਵਾਰ ਵੋਟ ਕਿਹਨੂੰ ਪਾ ਰਹੇ ਹੋ ਤੁਸੀਂ? ਮੈਂ ਤਾਂ ਭਾਈ ਕਾਂਗਰਸ ਨੂੰ ਪਾਊਂਗਾ। ਕਾਂਗਰਸ ਨੂੰ ਹੀ ਨਿੰਦੀ ਜਾਂਦੇ ਨਾਲੇ ਵੋਟ ਕਾਂਗਰਸ ਨੂੰ। 75 ਸਾਲਾਂ 'ਚ ਪਹਿਲਾ MP ਆਇਆ ਜਿਹਨੇ ਮੁੱਦੇ ਚੁੱਕੇ ਨੇ, ਲੋਕਾਂ ਨੂੰ ਆਜ਼ਾਦ ਰਹਿਣ ਨੂੰ ਆਵਾਜ਼ ਉਠਾਈ ਆ ਵੀ ਤੁਸੀਂ ਆਜ਼ਾਦ ਰਹੋ, ਅਸੀਂ ਲੀਡਰਾਂ ਦੇ ਖਿਲਾਫ ਨਾ ਪਾਓ। ਸਤਿ ਸ਼੍ਰੀ ਅਕਾਲ। ਅੱਜ ਪਿੰਡ ਬੇਨੜਾ ਦੇ ਵਿੱਚ ਖੜੇ ਹਾਂ। ਬੇਨੜਾ ਪਿੰਡ ਭਗਵੰਤ ਮਾਨ ਦੇ ਵੱਲੋਂ ਗੋਦ ਲਿਆ ਜਾਂਦਾ ਹੈ। ਕਿੰਨਾ ਕੁ ਵਿਕਾਸ ਹੋਇਆ ਹੈ, ਅੱਜ ਉਹ ਵਿਕਾਸ ਦੀਆਂ ਤਸਵੀਰਾਂ ਦਿਖਾਵਾਂਗੇ। ਗੱਲਬਾਤ ਪਿੰਡ ਦੇ ਲੋਕਾਂ ਨਾਲ ਕਰਾਂਗੇ ਕਿ ਉਹ ਭਗਵੰਤ ਮਾਨ ਦੇ ਕੀਤੇ ਵਿਕਾਸ ਨੂੰ ਕਿਵੇਂ ਲੈਂਦੇ ਹੈ, ਤੇ ਬੇਨੜਾ ਪਿੰਡ ਭਗਵੰਤ ਮਾਨ ਜਾਂ ਦਲਵੀਰ ਗੋਲਡੀ ਚੋਂ ਕਿਹੜਾ ਚੁਣਦਾ ਹੈ, ਕਿਉਂਕਿ ਦੋ ਭਾਰੀ ਕੈਂਡੀਡੇਟ ਨੇ ਤੇ ਦੋਨਾਂ ਦੇ ਵਿੱਚ ਵੀ ਬਹੁਤ ਫਸਵਾਂ ਮੁਕਾਬਲਾ ਹੈ। ਕਿਵੇਂ ਮੁਕਾਬਲਾ ਰਹਿੰਦਾ ਹੈ ਤੇ ਪਿੰਡ ਵਾਲੇ ਕੀ ਸੋਚਦੇ, ਗੱਲਬਾਤ ਉਹਨਾਂ ਨਾਲ ਕਰਾਂਗੇ। ਆਜੋ ਗੱਲਬਾਤ ਕਰਦੇ ਹਾਂ। ਬੇਨੜੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰ ਲੈਣੇ ਬਾਈ। ਆਜੋ ਇੱਕ ਮਿੰਟ। ਸਾਡਾ ਟੋਬੇ ਦਿਖਾਉਣਾ ਵੀ ਟੋਬੇ ਸਾਡੇ ਪਿੰਡ ਦੀ ਹਾਲਤ ਆ, ਟੋਬੇ ਦਿਖਾਉਣੀ ਹੈ ਨਾ। ਵਿਕਾਸ ਕਿੰਨਾ ਕੁ ਹੋਇਆ? ਤੈਨੂੰ ਵੀ ਲੱਗ ਜੂਗਾ, ਪੁੱਛੇ ਲੋੜ ਨਹੀਂ। ਜਿਵੇਂ ਦਿਖਾਉਂਦੇ ਵਿਆਹ ਵਿਕਾਸ ਸਾਡਾ ਵੀ ਦਿਖਾਉਂਦੇ ਵਿਕਾਸ ਸਾਡੇ ਪਿੰਡ ਦਾ ਵਿਕਾਸ ਕੀ ਹੋਇਆ, ਦੇਖਣ ਦੀ ਲੋੜ ਨਹੀਂ। ਤੂੰ ਆਪਦੇ ਵੀ ਦੇਖੇਗਾ ਕੀ ਬਾਈ ਹੋਰਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਈ ਪਿੰਡ ਦਾ ਵਿਕਾਸ ਜਿਹੜਾ ਤੁਸੀਂ ਦੱਸ ਰਹੇ ਸੀ ਕੈਮਰੇ ਪਿੱਛੋਂ, ਤੇ ਕਿੰਨਾ ਕੁ ਹੋਇਆ ਉਹ ਦੱਸੋ ਮਾੜਾ ਜਿਹਾ। ਕੰਮ ਤਾਂ ਯਾਰ ਐ, ਜਿਹੜਾ ਬੰਦਾ ਸਾਹਿਬਜ਼ਾਦਿਆਂ ਵਾਂਗੂ ਮੌਕੇ ਤੇ ਹਾਂ ਨਾ ਦਾ ਵੀ ਨਾਰਾ ਮਾਰਿਆ ਆ, ਸਾਨੂੰ ਤਾਂ ਉਹ ਬੰਦਾ ਚੰਗਾ ਲੱਗਦਾ। ਠੀਕ ਹੈ ਗੱਲ। ਹੁਣ ਚੰਗਾ ਕਿਹੜਾ ਲੱਗਦਾ ਤੁਹਾਨੂੰ? ਇਹ ਭਗਵੰਤ ਮਾਨ ਇਹ ਪਿੰਡ ਨਾਲ ਚੱਲ ਐਵੇਂ ਲਾ ਲੈ। ਜਿਵੇਂ ਝਾੜੂ ਵਾਲੇ ਨੇ ਸਾਨੂੰ ਉੱਥੇ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਦਿੱਲੀ ਦੇ ਵਿੱਚ। ਨਹੀਂ ਅਸੀਂ ਜੇ ਦਿੱਲੀ ਦੇ ਵਿੱਚ ਸਾਡੇ ਨੂੰ ਇਹ ਮਦਦ ਨਾ ਦਿੰਦੇ ਸਾਨੂੰ, ਇਹ ਉੱਥੇ ਸਾਡਾ ਕੀ 2 ਦਿਨ ਦੀ ਬੰਦੇ ਖੜ ਸਕਦੇ ਪੰਜਾਬੀ। ਹਰਿਆਣਾ ਦਾ ਰਹਿਣੀ ਕੀਤੀ, ਹਰਿਆਣਾ ਦਾ ਕੀਤੀ ਪਾਵਰ ਨਾਲ ਉਹਦੀ। ਠੀਕ ਹੈ ਗੱਲ। ਉਹ ਕੀਤੀ ਲਾਈਟ ਸਾਨੂੰ ਨਹੀਂ ਤੀ, ਪਾਣੀ ਸਾਨੂੰ ਨਹੀਂ ਤੀ, ਤੇ ਪਲੈਸਾਂ ਸਾਨੂੰ ਨਹੀਂ ਮਿਲਦੀਆਂ ਤੀਆਂ। ਕਿਹਨੇ ਕਰੀਆਂ? ਕਿਹਦੀਆਂ ਤੇ ਉਹ ਪਤਾ ਕਿਹਨੂੰ ਗਿਆ? ਸਭ ਲੋਕਾਂ ਨੂੰ ਪਤਾ ਵੀ ਕਿਹਦੀਆਂ ਤੇ ਉਹ। ਹਾਂ, ਇਹ ਝਾੜੂ ਵਾਲਿਆਂ ਦੀਆਂ ਤੀਆਂ ਬਾਈ। ਪਾਵਰ ਦਾ ਉਹਨਾਂ ਦੀ ਬੋਲ 24 ਘੰਟੇ ਲਾਈਟ, 1 ਘੰਟਾ ਨਹੀਂ ਸਕਿੰਟ ਨਹੀਂ ਮਰੀ ਨੇ। ਮੱਛਰ ਉੱਥੇ ਖਾ ਜਾਂਦਾ। ਤੇ ਬਾਈ ਜੀ ਇੱਧਰੋਂ ਆ ਜਾਓ। ਬਾਬਾ ਤਾਂ ਕਹਿੰਦੇ ਬ੍ਰੈਸਲੇਟ ਵੀ ਕਾਂਗਰਸੀਆਂ ਦਾ ਪਾਈ ਫਿਰਦਾ, ਕਹਿੰਦੇ ਕਿਧਰ ਦੇ ਗਏ ਬਾਬਾ ਵੋਟ ਇਸ ਵਾਰ ਕਿਹੜੇ ਪਾਸੇ ਨੂੰ ਆ? ਚੱਲ ਯਾਰ ਕਾਹਨੂੰ ਪੁੱਛੀ ਯਾਰ ਸਾਨੂੰ। ਅੱਜ ਝਾੜੂ ਨੂੰ ਪਾਵਾਂ ਬਾਈ। ਝਾੜੂ ਨੂੰ ਵੋਟ ਪਾਉਂਗਾ। ਅੱਛਾ, ਤੇ ਪਿੰਡ ਦੇ ਕੰਮ ਵਧੀਆ ਹੋਇਆ ਭਗਵੰਤ ਮਾਨ ਵੱਲੋਂ? ਕੀ ਵਧੀਆ ਕਰੀ ਜਾਂਦਾ ਵਿੱਚ ਕਰੀ ਜਾਂਦਾ ਵਿੱਚ ਵਧੀਆ ਚੱਲੀ ਜਾਂਦਾ? ਉਹਨੇ ਕਰੀ ਜਾਂਦਾ। ਹੁਣ ਆਪਾਂ ਕਿੱਥੇ ਇੱਕ ਜਣੇ ਦੇ ਵੈਲੂ ਹੀ ਨਹੀਂ, ਆਪਾਂ ਇਕੱਲਾ ਬੰਦਾ ਕੀ ਕਰੂਗਾ? ਹੁਣ ਗੱਲ ਸੁਣ, ਮੈਂਬਰ ਤੇ ਕੀ ਪਾਵਰ ਹੁੰਦੀ ਹੈ? ਸਰਪੰਚ ਦੇ ਪਾਵਰ ਹੁੰਦੀ ਦਮ 'ਚ ਕਰ ਨੂੰ। ਜਦੋਂ ਮੈਂਬਰ ਨੂੰ ਤਾਂ ਮੈਂਬਰ ਹੋਣ ਕੋਲ ਪੈਸੇ, ਸਰਪੰਚ ਕੋਲੇ ਹੋਣਗੇ ਪੈਸੇ ਤਾਂ। ਹੁਣ ਜਦੋਂ ਗਾਹਾਂ ਨੂੰ ਇਹ ਮੰਤਰੀ ਬਣ ਗਏ, ਸਾਨੂੰ ਅਸੀਂ ਇਹਨੂੰ ਵੀ ਪੁੱਛ ਲਾਂਗੇ। ਇਹ ਕੀ ਸਾਡੀ ਭੂਆ ਦਾ ਪੁੱਤ ਕਹਿ ਦਾਂਗੇ ਭਾਈ ਬਾਈਕਾਟ ਹੈ, 4 ਸਾਲ ਇਹਨੂੰ ਦੇਖ ਲਾਂਗੇ। ਇੱਕ ਪਾਸੇ ਤੁਹਾਡੇ ਨੇੜੇ ਦਾ ਦਲਵੀਰ ਗੋਲਡੀ ਖੜਾ, ਇੱਕ ਪਾਸੇ ਭਗਵੰਤ ਮਾਨ ਖੜਾ। ਕਿਹੜੇ ਪਾਸੇ ਨੂੰ ਝੁਕਾਅ ਜ਼ਿਆਦਾ ਲੱਗਦਾ? ਬਹੁਤ ਨੇ, ਸਾਰੀਆਂ ਪਾਰਟੀਆਂ ਖੜੀਆਂ, ਪਾਰਟੀਆਂ ਤਾਂ ਬਹੁਤ ਖੜੀਆਂ ਨੇ। ਪਾਰਟੀਆਂ ਤਾਂ ਹੁਣ ਐ ਸਭ ਰੇ ਕਹਿੰਦਾ ਮੈਂ ਮਤਲਬ ਕੁਰਸੀ ਭਾਲਾਂ, ਹੁਣ ਤਾਂ ਬਹੁਤ ਸਾਰੀ ਫਿਰਦੇ ਨੇ। ਝੁਕਾਅ ਕਿਹੜੇ ਪਾਸੇ ਨੂੰ ਆ ਜ਼ਿਆਦਾ? ਤਾਂ ਬਾਈ ਉਦੋਂ ਹੀ ਪਤਾ ਲੱਗੂ ਜਿਹਦੇ ਪੀਪੀਆਂ ਭਰਨਗੀਆਂ। ਹਾਂ, ਸਿੱਧੀ ਗੱਲ ਹੈ। ਪਿੰਡ ਦੀ ਕਾਰਗੁਜ਼ਾਰੀ ਵਧੀਆ ਸਮਝਦੇ ਭਗਵੰਤ ਮਾਨ ਵੱਲੋਂ ਕੀਤੀ ਗਈ? ਹਜੇ ਤਾਂ ਮਤਲਬ ਕਿਸੇ ਦੀ ਨਹੀਂ ਸਮਝ ਰਹੇ ਨਾ ਕਿਸੇ ਦੀ। ਦੱਸੀ ਨਾ ਵੀ ਜਿਹੜੀਆਂ ਮੌਕੇ ਦੀਆਂ 2 ਸਰਕਾਰਾਂ ਚੱਲ ਰਹੀਆਂ ਨੇ, ਅਸੀਂ ਤਾਂ ਉਹਨਾਂ ਦਾ ਵੀ ਸਾਡਾ ਕੋਈ ਕੰਮ ਹੋਇਆ ਨਾ ਉਹਨਾਂ ਹੋਇਆ ਕੋਈ ਚਾਨਣ ਵੀ ਹੋਇਆ ਦਿਖਿਆ। ਕੀਤੀ 2 ਬਾਦਲ ਚ ਢਹਿ ਤੀ, ਬਾਦਲ ਵੀ ਆ ਸਾਡਾ ਇੱਕ ਕੀ ਕਰਿਆ ਬਸ, ਸਾਡੇ ਕਾਲਜ ਬਣਾ ਕੇ ਗਿਆ। ਇੱਕ ਇਹ ਯਾਦਗਿਰੀ ਜਾਂਦਾ ਸ਼ਹਿਰ ਦੇ ਵਿੱਚ ਕਰ ਗਿਆ। ਹੋਰ ਤਾਂ ਸਾਡੇ ਕੀ ਇਹ ਕੀ ਚੀਜ਼ ਹੈ? ਸਾਡੇ ਪਿੰਡ ਦੀ ਗਰਾਂਡ ਆਮ ਲੋਕਾਂ ਨੂੰ ਜ਼ਿਆਦਾ ਆਉਂਦੀ ਹੈ।
ਸਾਡੇ ਪਿੰਡ ਦੇ ਵਿੱਚ ਜਿੰਨਾ ਸਾਡੇ ਪਿੰਡ ਸਾਡਾ ਉਨੀ ਸਾਡਾ ਪੈਸਾ ਲਾ ਕੇ ਤੁਸੀਂ ਪਿੰਡ 'ਚ ਬਣਾ ਲੈਂਦੇ। ਬਾਈ ਜੀ ਮੇਰੇ ਨਾਲ ਬੇਨੜੇ ਪਿੰਡ ਤੋਂ ਮੌਜੂਦ ਨੇ, ਬਾਈ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਈ ਕੀ ਨਾਮ ਆ ਆਪਣਾ? ਮੇਰਾ ਭੂਪਾ ਜੀ। ਭੂਪਾ ਸਿੰਘ। ਤੇ ਬਾਈ ਪਿੰਡ ਦੇ ਵਿੱਚ ਭਗਵੰਤ ਮਾਨ ਵੱਲੋਂ ਕਿੰਨਾ ਕੁ ਵਿਕਾਸ ਕਰਾਇਆ ਗਿਆ? ਭਈਆ ਤਾਰਾਂ ਪਵਾਈਆਂ ਨੇ ਸਾਰੀਆਂ ਤੇ ਬਾਕੀ ਸਕੂਲ ਚ ਪਵਾਏ ਨੇ ਕਮਰੇ। ਹਾਂ ਜੀ ਹਾਂ। ਤੇ ਕਾਰਗੁਜ਼ਾਰੀ ਵਧੀਆ ਮੰਨਦੇ ਹੋ ਭਗਵੰਤ ਮਾਨ ਦੀ? ਹਾਂ ਵਧੀਆ 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 ਵਧੀਆ। ਤੇ ਪਿੰਡ ਦੀ ਹਵਾ ਤੁਹਾਡੇ ਦੀ ਕੀ ਕਹਿੰਦੀ ਹੈ? ਜੇ ਝਾੜੂ ਦੀ ਜੇ ਪਤਾ ਦੱਸਦੇ ਜੀ, ਝਾੜੂ ਦੀ। ਹਾਂ ਝਾੜੂ ਦੀ। ਅੱਛਾ। ਤੇ ਪਿੱਛੇ ਮੈਂ ਪਿੰਡ ਵਾਲਿਆਂ ਨਾਲ ਗੱਲਬਾਤ ਕਰ ਰਿਹਾ ਸੀ, ਉਹ ਬਹੁਤ ਸਾਰੀਆਂ ਗੱਲਾਂ ਗਏ ਕਰ ਰਹੇ ਸੀ ਕਿ ਭਗਵੰਤ ਮਾਨ ਨੇ ਕਦੇ ਆ ਕੇ ਇੱਥੇ ਮੂੰਹ ਨਹੀਂ ਦਿਖਾਇਆ ਜੀ ਸਾਨੂੰ। ਨਾ ਜੀ ਆਉਂਦੇ ਰਹੇ ਨੇ ਵੀ ਪੱਖੀ ਆਉਂਦੇ ਰਹੇ ਨੇ। ਆ ਤਾਰਾਂ ਪਵਾਈਆਂ ਨੇ ਕਮਰੇ ਉਹ 'ਚ ਸਕੂਲ ਚ ਵਧੀਆ ਕਰਾਇਆ ਕੰਮ ਤੇ ਬਾਕੀ ਕੁਰਸੇ ਕਰਛੇ ਉਸ ਨੇ ਤਰੀਆਂ ਉਸ ਨੇ ਤਰੀਆਂ। ਅੱਛਾ, ਇੱਕ ਪਾਸੇ ਦਲਵੀਰ ਗੋਲਡੀ ਤੁਹਾਡੇ ਨੇੜੇ ਦਾ ਧੂਰੀ ਦਾ ਖੜਾ ਹੈ, ਇੱਕ ਪਾਸੇ ਭਗਵੰਤ ਮਾਨ ਆ। ਪਿੰਡ ਦਾ ਝੁਕਾਅ ਕਿਹੜੇ ਵਾਲੇ ਪਾਸੇ ਨੂੰ ਜ਼ਿਆਦਾ? ਜਿਆਦਾ ਤਾਂ ਦੇਖ ਝਾੜੂ ਦੇ ਹੀ ਜਿਆਦਾ ਦੱਸਦੇ ਨੇ। ਹਾਂ ਸਾਰੇ ਝਾੜੂ ਦਾ ਜਿਆਦਾ ਕਹਿੰਦੇ ਨੇ। ਉਹ ਗੋਲਡੀ ਨਿਕਲਦਾ ਉਹ ਕੱਕੜ ਵਾਲੀ ਸੜਕ ਕਢਾਈ ਆ, ਪਹਿਲਾਂ ਬਹੁਤ ਜਲਦੀ ਪਈ ਸੀ। ਇੱਕ ਆਪਣੇ ਪੇਦਨੀ ਵਾਲੀ ਜਾਂਦੀ ਹੈ, ਇੱਕ ਆ ਮਨ ਮਨਜ਼ੂਰ ਹੋਈ ਇਹ ਜਿਹੀ ਕੱਢਣੀ ਆ, ਉਹ ਉਧਰ ਪਵਾਤੇ ਬੱਟੇ। ਹਾਂ ਗੋਲਡੀ ਨੇ ਵਧੀਆ ਕਰਿਆ ਵੀ ਕਿ ਹੁਣ ਲੋਕ ਜਿਹੜੀ ਐਂ ਕਹਿੰਦੇ ਨੇ ਵੀ ਬਲਦਾ ਉਹ ਚਾਹੀਦਾ ਵੀ ਕਾਂਗਰਸ ਦੇ ਉੱਤੇ ਵਾਲਿਆਂ 'ਚ ਖੁਸ਼ ਨਹੀਂ ਹੈਗੀ। ਹਾਂ ਵੀ ਕਿਵੇਂ ਕੈਪਟਨ ਨੇ ਲਾਰੇ ਲਾ ਕੇ ਬੰਨ ਲਾ ਵੀ ਕਹੀਆਂ ਹਾਂ ਵੀ ਨਸ਼ਾ ਹਾਂ ਗੋ ਸੌਂਗਾ ਕਿ ਵੀ ਨਸ਼ੇ ਨਹੀਂ ਖਤਮ ਕਰੇ। ਇਹ ਕੰਮ ਤੇ ਵੀ ਲੋਕ ਵਿਰੋਧ ਨੇ ਕਿਹੜਾ ਕਿ ਉਹ ਨੌਕਰੀਆਂ ਨੂੰ ਮੁੰਡੇ ਬਾਹਰੇ ਨੂੰ ਭੱਜੀ ਜਾਂਦੇ ਨੇ। ਅੱਛਾ, ਲੱਗਦਾ ਕਿ ਗੋਲਡੀ ਨੂੰ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਭਾਰੀ ਪੈ ਜੂਗੀ। ਜੇ ਗੋਲਡੀ ਵੀ ਆਮ ਆਦਮੀ ਪਾਰਟੀ 'ਚ ਹੁੰਦਾ ਤਾਂ ਵੋਟਾਂ ਗੋਲਡੀ। ਹਾਂ ਫੁੱਲ ਗੋਲਡੀ ਨੂੰ ਵੋਟ ਪੈਂਦੀ ਆਮ 'ਚ ਹੁੰਦਾ। ਗੋਲਡੀ ਨਾਲ ਕੋਈ ਗਿਲਾ ਨਹੀਂ, ਜਿਹੜੀ ਪਾਰਟੀ ਨਾਲ ਗਿਲਾ ਹੈ। ਕਾਂਗਰਸ ਨਾਲ? ਹਾਂ ਕਾਂਗਰਸ ਨਾਲ ਗਿਲਾ। ਹਾਂ ਲੋਕਾਂ ਦਾ। ਗੋਲਡੀ ਕਿਹੜਾ ਮਾਰ ਜਾਂਦਾ ਪਿੰਡ 'ਚ ਕਦੇ? ਹਾਂ ਮਾਰਦਾ ਗੋਲਡੀ ਵੀ ਮਾਰਦਾ। ਹਾਂ ਮਾਰਦਾ ਵੀ ਆਪਾਂ ਕਹੀਏ ਗੋਲਡੀ ਨੇ ਵਧੀਆ ਵਿਕਾਸ ਕਰਾਇਆ। ਗੱਲ ਤਾਂ ਪਤਾ ਕਿ ਉਤਲੀ ਧੱਕਾ ਵੀ ਸਾਨੂੰ ਕਾਂਗਰਸ ਨਹੀਂ ਉਹ ਲੱਗਦੀ ਵੀ ਕੈਪਟਨ ਦੇ ਲਾਰੇ ਝੂਠੇ ਦੇ ਕਿਹੜੇ ਨਦਰ ਨਸ਼ਾ ਵਿਰੁੱਧ ਬਾਕੀ ਸਾਡੀਆਂ ਬੇਅਦਬੀਆਂ ਹੋਈਆਂ ਨੇ ਕਿਹੜੀਆਂ ਉਹ ਨਹੀਂ ਕਢਾਈਆਂ ਬਾਦਲ ਹੋ ਰਹੀਆਂ ਨੇ। ਬਾਈ ਜੀ ਹੋਰੀ ਜਾ ਰਹੇ ਇੱਕ ਮਿੰਟ ਦੇਖੋ ਬਾਈ ਜੀ, ਆ ਜਾਓ ਤੇ ਬੇਨੜੇ ਪਿੰਡ ਦੀ ਆ ਗੱਲਬਾਤ ਕਰ ਲੈਂਦੇ। ਹੋਰ ਬਾਈ ਠੀਕ ਹੋ? ਹਾਂ ਜੀ ਠੀਕ ਹਾਂ ਜੀ, ਚੜ੍ਹਦੀ ਕਲਾ। ਚੜ੍ਹਦੀ ਕਲਾ ਜੀ। ਅੱਛਾ, ਕਿਵੇਂ ਕੈਮੋ ਸਾਈਕਲ ਤੇ ਤੁਰੇ ਜਾਂਦੇ ਹੋ ਹਨਾ? ਉਮਰ ਕਿੰਨੀ ਹੋਊਗੀ? 80 ਸਾਲ ਦੀ ਆ ਜੀ। 80 ਸਾਲ ਦੀ ਉਮਰ ਆ, ਪਰ ਫਿਰ ਵੀ ਕੈਮੋ ਹਨਾ? ਹਾਂ ਜੀ ਕਾਇਮ ਆ ਜੀ। ਅੱਛਾ, ਤੇ ਕੈਮ ਤਾਂ ਚਲੋ ਠੀਕ ਆ। ਤੇ ਵੋਟਾਂ ਆ ਗਈਆਂ ਬਾਬਾ ਫਿਰ, ਤੇ ਵੋਟਾਂ 'ਚ ਬੇਨੜੇ ਪਿੰਡ ਦੇ ਵਿੱਚ ਬੇਨੜੇ ਪਿੰਡ ਵਾਲੇ ਕੀ ਸੋਚਦੇ ਆ ਕਿ ਵੋਟ ਕਿਹੜੇ ਵਾਲੇ ਪਾਸੇ ਨੂੰ ਪਾਉਣੀ ਆ? ਦੇਖੋ ਜੀ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ। ਮੇਰੀ ਸੋਚ ਮੇਰੇ ਦਿਮਾਗ ਦੀ ਸੋਚ ਹੈ, ਤੁਹਾਡੇ ਦਿਮਾਗ ਦੀ ਸੋਚ ਨਾਲ ਨਹੀਂ ਰਲਦੀ ਹੈ। ਇੱਕ ਦੂਜੇ ਦੇ ਵਿਚਾਰ ਨਹੀਂ ਮਿਲਦੇ, ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ। ਪਰ ਮੇਰੇ ਵਿਚਾਰ ਤਾਂ ਇਹ ਹੈ ਜੀ, ਦੇਖੋ ਰਾਜੇ ਨੇ ਝੂਠੀ ਸਹੁੰ ਖਾ ਲਈ ਗੁਟਕੇ ਦੀ। ਉਹ ਅੱਜ ਕਾਂਗਰਸ 'ਚੋਂ ਬਾਹਰ ਆ, ਜ਼ੀਰੋ ਹੈ। ਉਹਨੂੰ ਕੋਈ ਚੰਗਾ ਨਹੀਂ ਕਹਿ ਰਿਹਾ, ਸਮਝਿਆ ਨਹੀਂ? ਬੇਅਦਬੀ ਦਾ ਮੈਂ ਕਰ ਦੂੰ, ਬੇਅਦਬੀ ਵਾਲਿਆਂ ਦੇ ਨਾਲ ਤੀ ਉਹ ਰਲਿਆ ਪਿਆ। ਨਸ਼ਾ ਬਕਿਆਉਣ ਵਾਲਿਆਂ ਦੇ ਉਹ ਨਾਲ ਤੀ। ਮਜੀਠੀਏ ਵਰਗਿਆਂ ਤੇ ਕਿਉਂ ਅੱਜ ਉਹ ਪਹਿਲਾਂ ਭੜਕਾ ਮਾਰਦੇ ਤੇ ਰਾਜੇ ਦੇ ਰਾਜ 'ਚ ਵੀ ਸਾਨੂੰ ਸਰਕਾਰ ਕਹੇ ਪੁਲਿਸ ਅਸੀਂ ਆਪ ਆਵਾਂਗੇ। ਫਿਰ ਮਗਰੋਂ ਤੁਹਾਨੂੰ ਵੀ ਪਤਾ ਪੱਤਰਕਾਰ ਹੋ ਤੁਸੀਂ ਵੀ ਕਿਵੇਂ ਲੁਕਦਾ ਫਿਰਦਾ ਸੀ, ਕਿਵੇਂ ਭੱਜਿਆ ਨਸ਼ੇ ਦਾ ਸਦਾਗਰ। ਅੱਛਾ, ਉਹਨਾਂ ਦੇ ਨਾਲ ਉਹਨਾਂ ਨੂੰ ਢੂ ਦੇ ਨਾਲ ਕੈਪਟਨ ਸੀ, ਝੂਠ ਦਾ ਪਲੰਦਾ ਸਾਰਾ। ਇਹ ਰਲੇ ਮਿਲੇ ਗਿੱਦੜ ਬਘਿਆੜ ਇਕੱਠੇ ਤੇ। ਅੱਛਾ, ਫਿਰ ਇਸ ਵਾਰ ਵੋਟ ਕਿਹਨੂੰ ਪਾ ਰਹੇ ਹੋ ਤੁਸੀਂ? ਮੈਂ ਤਾਂ ਭਾਈ ਕਾਂਗਰਸ ਨੂੰ ਪਾਊਂਗਾ। ਕਾਂਗਰਸ ਨੂੰ ਹੀ ਨਿੰਦੀ ਜਾਂਦੇ ਨਾਲੇ ਵੋਟ ਕਾਂਗਰਸ ਨੂੰ? ਕਾਂਗਰਸ ਨੂੰ ਪਾਊਂਗਾ। ਤਾਂ ਕਾਂਗਰਸ ਦੇ ਦੇਖਾ ਆਹ ਪੁਲ ਲਵਾਤਾ, ਇੱਕ ਉੱਧਰ ਪੁਲ ਲਵਾਤਾ, ਇੱਕ ਝਾਲਾ ਨਹਿਰ 'ਤੇ ਪੁਲ ਲਵਾਤਾ, ਇੱਕ ਸਾਰੇ ਹਿੰਦੁਸਤਾਨ 'ਚੋਂ ਕੋਈ ਬੰਦਾ ਬਾਂਹ ਕੱਢ ਕੇ ਕਹੇ ਵੀ ਸੜਕ ਦੇ ਬਰਾਬਰ ਪੈਰਲਲ ਇੱਕ ਸੜਕ ਬਣਾ ਦੇਵੇ। ਟੋਲ ਪਲਾਜ਼ੇ ਦੇ ਬਰਾਬਰ ਲੰਘਣ ਵਾਲਿਆਂ ਨੂੰ ਟੋਲ ਪਲਾਜ਼ੇ ਤੋਂ ਮੁਕਤੀ ਦੇਣਾ। ਗਰੀਬ ਹਾਥੀ, ਗਰੀਬ ਟੈਕਸੀ ਵਾਲਾ, ਗਰੀਬ ਟੈਂਪੂ ਵਾਲਾ ਲੰਘਦਾ ਤੀ ਕਿਰਾਇਆ ਬਿਨਾਂ ਉਹ ਤੋਂ ਟੋਲ ਤੋਂ। ਇਹ ਕਿਹਨੇ ਕਰਾਇਆ ਇਹ? ਇਹ ਦਲਬੀਰ ਸਿੰਘ ਗੋਲਡੀ ਨੇ। ਅਸੀਂ ਆਪ ਟਰੈਕਟਰ ਲਾ ਕੇ ਇੱਟਾਂ ਸਿੱਟੇ ਭਰਤ ਪਾਇਆ, ਉੱਤੇ ਸੜਕ ਬਣਵਾਈ ਅਸੀਂ। ਹਾਂ, ਇਹ ਤਾਂ ਲੋਕ ਚੰਗੇ ਨੂੰ ਚੰਗਾ ਨਹੀਂ ਕਹਿੰਦੇ ਹੈਗੇ, ਮਾੜੇ ਨੂੰ ਮਾੜਾ ਕਹਿਣ, ਚੰਗੇ ਨੂੰ ਚੰਗਾ ਕਹਿਣ। ਦਲਵੀਰ ਗੋਲਡੀ ਇੱਕ ਪਾਸੇ ਭਗਵੰਤ ਮਾਨ ਆ, ਤੇ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ? ਕਾਰਗੁਜ਼ਾਰੀ ਉਹਨੇ ਕੀ ਕਰਿਆ ਯਾਰ? ਉਹਦੇ ਕੋਲ 40 ਕਰੋੜ ਰੁਪਈਆ ਸੈਂਟਰ ਤੋਂ ਆ ਗਿਆ। 8 ਸਾਲ ਹੋ ਗਏ ਉਹਨੂੰ ਬਣੇ ਨੂੰ। 8 ਸਾਲਾਂ ਦੇ ਵਿੱਚ ਕਿਸੇ ਪਿੰਡ 'ਚ ਜਾਂ ਧੂਰੀ 'ਚ ਕਿਸੇ ਸੰਗਰੂਰ 'ਚ ਵਿਕਾਸ ਤਾਂ ਕਹੇ ਵੀ ਮੈਂ ਇੱਥੇ ਆ ਵਿਕਾਸ। ਤੁਹਾਡਾ ਪਿੰਡ ਤਾਂ ਇਹ ਗੋਦ ਲਿਆ ਹੋਇਆ ਸੀ, ਇੱਥੇ ਤਾਂ ਵਿਕਾਸ ਕਰਿਆ ਹੋਊਗਾ? ਨਹੀਂ ਜੀ, ਵਿਨਾਸ਼ ਵਾਲਾ ਕੰਮ ਆ ਇੱਥੇ ਤਾਂ। ਝੂਠ ਬੁਲਾ ਲਿਆ ਲੋਕਾਂ ਤੋਂ, ਜਿੰਨਾ ਮਰਜ਼ੀ ਝੂਠ ਬੁਲਾ ਲੈ। ਲੋਕ ਜਿਹੜੇ ਕਹਿੰਦੇ ਆ ਤੁਹਾਡੇ ਪਿੰਡ ਵਾਲੇ ਕਿ ਕੰਮ ਕਰਾਇਆ ਇੱਥੇ ਵਧੀਆ ਕਰਾਤਾ ਭਗਵੰਤ ਮਾਨ, ਸਕੂਲ ਕਰਾਇਆ, ਕਹਿੰਦੇ ਤਾਰਾਂ ਪਵਾਤੀਆਂ। ਕਰਤਾ ਤਾਰਾਂ ਤਾਂ ਇਹਨੇ ਬਿਜਲੀ ਮਹਿਕਮੇ ਨੇ ਪਾਈਆਂ ਨੇ। ਇਹਦੇ ਲਵੇ ਉਹਦਾ ਫਿਰ ਉਹ ਹੋਊਗਾ ਕੋਈ ਤਾਰਾਂ ਪਵਾਉਣ ਦਾ ਪੈਸੇ ਭਰਿਆ ਪਿਆ ਨਾ ਬਿੱਲ ਹੋਊ ਕੋਈ ਬਿਜਲੀ ਮਹਿਕਮੇ ਤੋਂ ਲਿਆ ਪਿਆ।
ਆਰਟੀਆਈ ਦੇ ਅਧੀਨ ਉਹ ਕਢਾ ਲੈਣ, ਉਹ ਦਿਖਾ ਦੇ ਲੋਕਾਂ ਨੂੰ ਵੀ ਆ ਮੈਂ ਤਾਰਾਂ ਪਵਾਤੀਆਂ। ਝੂਠ ਬਕਵਾਸ ਮਾਰੀ ਜਾਂਦੇ ਨੇ ਲੋਕ, ਇੱਕ ਜਿਨ੍ਹਾਂ ਨੂੰ ਉਹੀ ਨਜ਼ਲਾ ਜ਼ੁਕਾਮ ਹੋ ਜਾਂਦਾ ਕਿਸੇ ਪਾਰਟੀ ਤੋਂ। ਹੁਣ ਮੈਂ ਤੁਹਾਨੂੰ ਕੈਪਟਨ ਦਾ ਕਿਹਾ ਵੀ ਝੂਠੇ ਸੌਹਾਂ ਗਈਆਂ, ਉਹ ਬਾਦਲਾਂ ਨਾਲ ਰਲਿਆ ਪਿਆ ਸੀ, ਅੱਜ ਜ਼ੀਰੋ ਹੈ, ਹੀਰੋ ਤੋਂ ਜ਼ੀਰੋ ਹੋ ਗਿਆ, ਕੋਈ ਪੁੱਛਦਾ ਨਹੀਂ ਉਹਨੂੰ। ਜਾਣੀ ਵੋਟ ਤੁਹਾਡੇ ਵਾਲੀ ਤਾਂ ਫਿਰ ਕਾਂਗਰਸ ਵਾਲੇ ਪਰੜੇ 'ਚ ਦੇਖੀਏ। ਜਾਵਾਂਗੇ ਜੀ, ਪਾਵਾਂਗੇ, ਪਵਾਵਾਂਗੇ ਵੀ। ਕਦੇ ਪੋਤੇ ਪੋਤੀਆਂ ਲੜਦੇ ਨੇ, ਕਿਉਂਕਿ ਇਹ ਗੱਲ ਹੁੰਦੀ ਹੈ ਨੌਜਵਾਨ ਕੀ ਕਹਿੰਦੇ ਹੁੰਦੇ, ਮੇਰੀ ਪੋਤੀ 9ਵੀਂ 'ਚ ਪੜ੍ਹਦੀ ਆ, ਉਹ ਕਹਿੰਦੀ ਆ ਬਾਪੂ ਐਤਕੀ ਆਪਾਂ ਬਦਲ ਕੇ ਪਾ ਦੀ ਤੂੰ ਵੋਟ। ਮੈਂ ਕਿਹਾ ਨਾ ਭਾਈ, ਜਿਹਨੂੰ ਜੀ ਜੱਜ ਪਾਵਾਂਗੇ ਤਾਂ ਉਸੇ ਨੂੰ ਪਾਵਾਂਗੇ, ਜਿਹਨੂੰ ਹਾਂ ਹੈ ਹਾਂ ਹੈ, ਕਿ ਜਿਹਨੂੰ ਤੁਸੀਂ ਮੈਨੂੰ ਕੈਮਰੇ ਪਿੱਛੇ ਦੱਸਦੇ ਸੀ ਕਹਿੰਦੇ ਮੇਰੇ ਪੋਤੇ ਲੜਦੇ ਆ ਕਿ ਵੋਟ ਆਪਾਂ ਝਾੜੂ ਵਾਲੇ ਨੂੰ ਪਾਉਣੀ ਆ ਬਾਪੂ। ਨਾ ਉਹ ਵੀ ਨਹੀਂ ਪਾਉਂਦੇ ਹੈਗੇ, ਕਹਿੰਦੇ ਹੁੰਦੇ ਆ ਵੀ ਝਾੜੂ ਨੂੰ ਪਾਉਣੀ ਆ। ਉਹ ਆਪਣੀ ਮਾਂ ਨੂੰ ਕਹਿੰਦੇ ਨੇ ਜਵਾਕ। ਹਾਂ, ਕੀ ਕਹਿੰਦੇ ਆ? ਮੈਂ ਕਿਹਾ ਉਹ ਕਹਿੰਦੇ ਨੇ ਆਪਾਂ ਕਿਵੇਂ ਕਰਾਂ। ਮੈਂ ਕਿਹਾ ਭਾਈ ਜੇ ਤਾਂ ਤੈਨੂੰ ਇਹ ਲਿਜਾਣਗੇ ਫੜ ਕੇ ਤਾਂ ਪਾਇਆ ਹੀ ਨਹੀਂ, ਪਾਈ ਨਾ, ਮੇਰੇ ਕਹੇ ਤੋਂ ਤਾਂ ਪਾਈ ਨਾ। ਝਾੜੂ ਨੂੰ ਨਾ ਨਾ ਅੱਛਾ। ਤੇ ਇੱਕ ਪਾਸੇ ਤੁਸੀਂ ਕਹਿੰਦੇ ਸੀ, ਕਹਿੰਦੇ ਮੇਰੇ ਪੋਤੇ ਪੋਤੀਆਂ ਇਹ ਗੱਲ ਕਰਦੇ ਵੀ ਬਾਪੂ ਵੋਟ ਆਪਾਂ ਝਾੜੂ ਨੂੰ ਪਾਉਣੀ ਹੈ, ਕਹਿੰਦਾ ਉਹਨਾਂ ਦੀ ਤਾਂ ਵੋਟ ਵੀ ਨਹੀਂ ਬਣੀ ਹੈਗੀ। ਹਾਂ, ਵੋਟ ਨਹੀਂ ਹੈਗੀ, ਉਹ ਜਦੋਂ ਵੋਟਾਂ ਬਣ ਜਾਣੀਆਂ ਉਦੋਂ ਨੂੰ ਮੈਂ ਮਰ ਜੂਗਾ, ਪਾਈ ਜਾਣਗੇ ਜਿਹਨੂੰ ਮਰਜ਼ੀ ਪਾਉਣ। ਹਾਂ ਹਾਂ, ਰੀਅਲਟੀ ਗੱਲ ਦੱਸੀ ਆ ਤੁਹਾਨੂੰ ਮੈਂ। ਹਾਂ, ਹੋਰ ਬਾਬੇ ਹੋਰੀ ਨਾਲ ਬੈਠੇ ਆ, ਗੱਲਬਾਤ ਕਰਦੇ ਆ। ਬਾਬਾ ਜੀ ਕਿਵੇਂ ਹੋਇਆ ਫਿਰ ਪਿੰਡ ਦਾ ਵਿਕਾਸ? ਵਧੀਆ ਹੈ ਜੀ, ਲੋਕਾਂ ਵਿੱਚ ਵਿਸ਼ਵਾਸ ਸਾਰਿਆਂ ਨਾਲੋਂ ਚੰਗਾ ਹੈ। ਬਸ ਜਿਹੜੀ ਚੀਜ਼ ਆ ਹਾਂ ਸਾਰੇ ਜੇ ਪਾਵਾਂਗੇ ਵੋਟਾਂ ਵੀ। ਅੱਛਾ, ਹਾਂਜੀ ਸਹਿਮਤ ਹਾਂ। ਜਿਵੇਂ ਇੱਕ ਪਾਸੇ ਨੇੜੇ ਦਾ ਤੁਹਾਡੇ ਧੂਰੀ ਦੇ ਦਲਵੀਰ ਗੋਲਡੀ ਖੜਾ, ਇੱਕ ਪਾਸੇ ਭਗਵੰਤ ਮਾਨ, ਤੇ ਜਿਆਦੇ ਝੁਕਾਅ ਪਿੰਡ ਵਾਲੇ ਕਿਹਦਾ ਮੰਨਦੇ ਆ ਕਿ ਕਿਹਦੇ ਵੱਲ ਨੂੰ ਝੁਕਾਅ ਹੈ ਪਿੰਡ? ਹੁੰਦਾ ਜੀ ਸਾਡਾ ਦੋ ਹੀ ਤਰ੍ਹਾਂ ਦਾ ਮਰੇਸ਼ ਚੱਲਦਾ ਹੈ। ਦੇਖੋ ਜਿਵੇਂ ਫਿਰ ਮੁਕੱਦਰ ਨੇ ਲਿਆਣਾ ਜਿਹੜੀ ਚੀਜ਼ ਆ, ਹਾਂਜੀ ਦੋਹਾਂ ਦੀ ਮਦਦ ਹੈ, ਕੋਈ ਹੈ ਫਿਰ ਮੁਕੱਦਰ ਨੇ ਲੈ ਜਾਣਾ ਜਿਹੜੀ ਚੀਜ਼। ਭਗਵੰਤ ਮਾਨ ਨੇ ਕੰਮ ਕਰਿਆ ਪਿੰਡ ਦਾ? ਇਹਦਾ ਜੀ ਪਿੰਡ ਦਾ ਤਾਂ ਕੋਈ ਵੀ ਚੀਜ਼ ਆ ਇਹਨੇ ਜੋ ਕਰਿਆ ਉਹਨੇ ਵੀ ਕਿਹਾ ਇੱਕੋ ਜਿਹੇ ਹਾਲ ਤਾਂ ਕੋਈ ਵੀ ਚੀਜ਼ ਆ ਜਿਹੜਾ ਆਉਂਦਾ ਉਹੀ ਆ, ਜਿਹੋ ਜਿਹਾ ਕਰੇਗਾ ਉਹੀ ਜਿਹੀ ਕਰਦੇ। ਸਾਡੀ ਤਾਂ ਅਸੀਂ ਤਾਂ ਨਿੱਧਰ ਹੀ ਬੈਠੇ ਹਾਂ ਦੋਵੇਂ। ਹਾਂ ਸਾਨੂੰ ਕਿਉਂਕਿ ਗੱਲ ਇਹ ਆ ਬਾਈ ਜੀ ਕਿ ਭਗਵੰਤ ਮਾਨ ਦੇ ਵੱਲੋਂ ਇਹ ਪਿੰਡ ਗੋਦ ਲਿਆ ਗਿਆ। ਉਹ ਤੇ ਆਹ ਲਿਆ, ਸਭ ਕੁਛ ਲਿਆ, ਅਸੀਂ ਜਾਣਦੇ ਹਾਂ। ਹੁਣ ਮੈਂ ਨਾ ਗੋਦੜੀ ਨੇ ਕਰਿਆ ਨਾ ਭਗਵਾਨ ਮਾਨ ਨੇ ਕਰਿਆ। ਮੈਂ ਅੱਧਾ ਸਰੀਰ ਆ ਮੇਰਾ, ਮੈਂ 4 ਕਿੱਲਾ ਪਿਲਸਣ ਕਰਾ ਦੀ, ਨਾ ਪਿਲਸਣ ਪੁੱਛਿਆ ਨਾ ਬਾਈ ਤੇ ਮੈਂ ਨਾ ਕਿਸੇ ਨੇ ਦਵਾਈ ਮੇਰੇ ਤੋੜਤੀਆਂ। ਹਾਂ ਜੀ ਤੋੜੀਆਂ ਨਾ, ਕੋਈ ਮੈਨੂੰ ਉਹਦਾ ਮਿਲੇ। ਆਹ ਲੱਤ 50,000 'ਚ ਲੱਗਦੀ ਹੈ, ਆਹ ਲੱਤ ਮੇਰੀ 50,000 'ਚ ਲੱਤ ਚੜ੍ਹਾ ਕੇ ਜਾਣਾ। ਕਾਰ ਇੱਥੋਂ ਲੈ ਜਾਣਾ, ਕੋਈ ਮੇਰੇ ਨਾਲ ਨਹੀਂ ਜਾਂਦਾ, ਇਕੱਲਾ ਮੇਰਾ ਸਰੀਰ ਹੈ। ਮੈਂ ਵੋਟਾਂ ਨੂੰ ਕੀ ਸਿਰ 'ਤੇ ਚੱਕੂੰਗਾ? ਮੈਂ ਗਵਰਨਮੈਂਟ ਨੂੰ ਕੀ ਕਰੂੰਗਾ? ਗਵਰਨਮੈਂਟ ਕਿਸੇ ਨੇ ਮੈਨੂੰ ਆਨਾ ਨਹੀਂ ਦਿੱਤਾ, ਕਿਸੇ ਨੇ ਤੁਹਾਨੂੰ ਨਹੀਂ ਦਿੱਤਾ, ਆਪਦੇ ਦਮ ਨਾਲ ਜਾਣਾ। ਪੈਨਸ਼ਨ ਲਵਾਉਣ ਲਈ ਗੋਲਡੀ ਕੋਲੇ ਗਏ ਹੋਵੇ ਜਾਂ ਭਗਵੰਤ ਮਾਨ ਕੋਲੇ ਗਏ ਹੋ? ਗੋਲਡੀ ਤਾਂ ਮੇਰਾ ਭਾਣਜਾ ਲੱਗਦਾ, ਮੈਂ ਕਿਉਂ ਜਾਵਾਂ ਖਿਸਾਮਤ ਕਰਨ ਕੇ? ਢੀਂਡਸਾ ਮੇਰਾ ਭਾਣਜਾ, ਮੈਂ ਉਹਦੇ ਮੈਨੂੰ ਖਿਸਾਮਤ ਦੀ ਲੋੜ ਹੀ ਨਹੀਂ। ਮੈਂ ਆਪਦਾ ਦਮ ਦਾ ਖੜਾ, ਮੈਂ ਫੌਜ 'ਚ ਨੌਕਰ ਹੋਇਆ। ਅੱਛਾ, ਫੌਜ 'ਚ ਲੱਗੇ ਜੀ? ਮੈਂ ਫੌਜ 'ਚ ਕਾਹਨੂੰ, ਮੈਂ ਪੈਨਸ਼ਨ ਦੀ ਲੋੜ ਹੀ ਨਹੀਂ, ਮੇਰੇ ਘਰ ਸਭ ਕੁਛ ਹੈ, ਮੈਂ ਕਿਉਂ ਪੈਨਸ਼ਨ ਲਵਾਵਾਂ? ਹਾਂ ਜੀ ਬਾਈ ਨਾਲ ਗੱਲਬਾਤ ਕਰ ਲੈਂਦੇ ਆ। ਬਾਈ ਭਗਵੰਤ ਮਾਨ ਦੇ ਵੱਲੋਂ ਕਿੰਨਾ ਕੁ ਵਿਕਾਸ ਹੋਇਆ ਪਿੰਡ ਦਾ? ਇੱਧਰ ਬਸ ਨਾ ਤੁਹਾਡੇ ਮੂੰਹੋਂ ਪੁੱਛਣਾ ਚਾਹੂੰਗਾ, ਵਿਕਾਸ ਕਿੰਨਾ ਕੁ ਹੋਇਆ? ਕਿਵੇਂ ਵਿਕਾਸ ਹੋਇਆ ਬਾਈ ਜੀ ਪਿੰਡ ਦਾ? ਭਗਵੰਤ ਮਾਨ ਦੇ ਵੱਲੋਂ ਪਿੰਡ ਗੋਦ ਲਿਆ ਗਿਆ ਸੀ। ਗੋਦਲੇ ਦਾ ਪਤਾ ਕੀ ਹੈ, ਭਗਵੰਤ ਮਾਨ ਨਹੀਂ ਲਿਆ, ਇਹ ਧੱਕਾ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ। ਕਿਉਂਕਿ ਉਹਨੇ ਡਾਊਟ ਲੈਣ ਨੂੰ ਕਿਹਾ, ਜੇ ਉਹਨੇ ਕਰਨਾ ਨਹੀਂ ਸੀ। ਸਕੀਮ ਤਾਂ ਇਹ ਪ੍ਰਧਾਨ ਮੰਤਰੀ ਦੀ ਹੈ, ਨਾ ਕਿ ਭਗਵੰਤ ਮਾਨ ਦੀ ਹੈ ਨਾ। ਇਹਦਾ 800 ਪਿੰਡ ਹੈਗਾ, ਇਕੱਲਾ ਇੱਕ ਬੇੜਾ ਥੋੜ੍ਹਾ ਹੈਗਾ। ਪਰ ਐਮਪੀ ਦੇ ਹਿਸਾਬ ਨਾਲ 75 ਸਾਲਾਂ 'ਚ ਪਹਿਲਾ ਐਮਪੀ ਆਇਆ ਜਿਹਨੇ ਮੁੱਦੇ ਚੁੱਕੇ ਨੇ, ਲੋਕਾਂ ਨੂੰ ਆਜ਼ਾਦ ਰਹਿਣ ਨੂੰ ਆਵਾਜ਼ ਉਠਾਈ ਆ ਵੀ ਤੁਸੀਂ ਆਜ਼ਾਦ ਰਹੋ, ਅਸੀਂ ਲੀਡਰਾਂ ਦੇ ਗੁਲਾਮ ਨਾ ਬਣੋ। ਫੰਡ 'ਚੋਂ ਸਾਡੇ ਪਿੰਡ ਨੂੰ 14 ਲੱਖ ਉਹਨੂੰ ਦਿੱਤਾ, ਸੀਏ ਨੂੰ ਦਿੱਤਾ। ਆਹ ਪੁਲ ਆ ਜਿਹੜਾ ਇੱਧਰਲਾ, ਇਹ ਭਗਵੰਤ ਮਾਨ ਦੀ ਦੇਣ ਆ। ਇੱਧਰਲਾ ਪੁਲ ਵੀ ਭਗਵੰਤ। ਬਾਈ ਜੀ ਇੱਥੇ ਸਵਾਲ, ਮੈਂ ਪਿੱਛੇ ਬੰਦੇ ਨਾਲ ਗੱਲਬਾਤ ਕਰਕੇ ਉਹ ਕਹਿੰਦੇ ਕਾਂਗਰਸੀ ਦਲਵੀਰ ਗੋਲਡੀ ਵੱਲੋਂ ਇਹ ਪੁਲ ਵੀ ਬਣਾਇਆ ਗਿਆ, ਉੱਧਰਲਾ ਵੀ ਬਣਾਇਆ ਗਿਆ। ਦੱਸੋ, ਇਹ ਜਦੋਂ 2019 ਤੋਂ ਪਹਿਲਾਂ ਪੁਲ ਟੁੱਟ ਗਿਆ ਸੀ, ਅਸੀਂ ਨੇ ਕੰਪਲੇਂਟ ਕਰੀ। ਅਸੀਂ ਆਮ ਆਦਮੀ ਪਾਰਟੀ ਦੇ ਸਪੋਰਟਰ ਹਾਂ। ਦੇਖੋ ਨਾ, ਅਸੀਂ ਗੋਲਡੀ ਨੂੰ ਮਾੜਾ ਕਹੀਏ, ਜਿਹੜਾ ਉਹਨੇ ਕੰਮ ਚੰਗੇ ਕੀਤੇ ਨੇ ਕਹਾਂਗੇ। ਜੇ ਅਸੀਂ ਅੱਜ ਮਾੜਾ ਕਹੇ ਕੱਲ੍ਹ ਨੂੰ ਫੇਰ ਜਿੱਤੂ, ਸਾਡੇ ਪਿੰਡ ਦਾ ਕਿਉਂ ਮਾੜਾ ਚੰਗਾ ਕਰੂ? ਜੋ ਕੰਮ ਉਹਨੇ ਕੀਤੇ ਨੇ ਉਹਨੂੰ ਵੀ ਕਹਾਂਗੇ। ਪਰ ਭਗਵੰਤ ਮਾਨ ਨੇ ਬਾਈਆ ਐਕਸ਼ਨ 30 ਬਠਿੰਡੇ ਤੋਂ ਆਇਆ ਸੀ ਉਰੇ, ਉਹਨੂੰ ਸੱਦਿਆ। ਇੱਕ ਇਹ ਪੁਲ, ਇੱਕ ਮਾਨ ਵਾਲੇ ਦਾ ਮੌਕੇ 'ਤੇ ਜਾ ਕੇ ਹੁਣ ਬਾਈਆ ਉੱਥੇ ਐਕਸ਼ਨ ਅਜੇ ਵੀ ਤੂੰ ਸੰਗਰੂਰ ਹੈ, ਉਹਨੂੰ ਪੁੱਛੋ ਵੀ ਕਿਹਨੇ ਪਵਾਇਆ ਇਹ। ਚਲੋ ਉਦਘਾਟਨ ਕਰਨਾ, ਆਹ ਪੁਲ ਵੀ ਆਈ ਤੀ ਆਪਣੇ ਉਰੇ, ਇੱਥੇ ਟੀਮ ਲੈ ਕੇ ਆਈ ਤੀ ਉਹ ਇਹਦੇ ਕੈਂਸਰ ਆਈ ਗੰਗਾ ਨਗਰ ਤੋਂ ਬੈਣ, ਲੋਕਾਂ ਦੇ ਟੈਸਟ ਕਰਾਉਣ ਵੀ ਕੈਂਸਰ ਬਹੁਤ ਹੈਗਾ।
ਉਦੋਂ ਟ੍ਰਿਬਿਊਨ ਅਖਬਾਰ ਦਾ ਤੀਗਾ ਹੈਗਾ ਤੀ ਉਹ ਸੰਗਰੂਰ ਤੋਂ, ਅੰਗਰੇਜ਼ੀ ਦਾ ਸੰਪਾਦਕ ਤੀ, ਉਹਨੂੰ ਨਾਲ ਜਾ ਕੇ ਇੱਥੇ ਸਾਡੀਆਂ ਫੋਟੋਆਂ ਮਾਨ ਸਾਹਿਬ ਨੇ ਕਹਿ ਕੇ ਤੋਰਿਆ ਤੀ ਵੀ ਜਿਹੜਾ ਉਰੇ ਇੱਕ ਪੁਲ ਖਰਿਆ ਵਾ ਸ਼ਹਿਰੋਂ ਦਾ, ਕਹਿੰਦੇ ਨੇ ਐਕਸੀਡੈਂਟ ਹੋ ਗਿਆ, ਵੀ ਉਹਨੂੰ ਦਿਖਾ ਕੇ ਅਸੀਂ ਦਿਖਾਇਆ, ਉਹਦੇ ਉਹ ਪੈ ਗਿਆ। ਪਰ ਬਣਨਾ ਤਾਂ ਜਦੋਂ ਪੈਸੇ ਆਉਂਦੇ ਨੇ ਉਦੋਂ ਹੀ ਹੈ ਨਾ। ਜਾਣੀ ਵਿਕਾਸ ਤੁਸੀਂ ਮੰਨਦੇ ਹੋ ਕਿ ਪਿੰਡ ਦਾ ਹੋਇਆ? ਜਿੰਨੇ ਅੱਜ ਤੱਕ ਦੇ 75 ਸਾਲਾਂ ਤੋਂ ਪਹਿਲਾਂ ਐਮਪੀ ਆ, ਜਿਹਨੇ ਇਹ ਵੀ ਦੱਸਿਆ ਵੀ ਐਮਪੀ ਦਾ ਕੀ ਫਰਜ਼ ਹੁੰਦਾ ਹੈ। ਅਸੀਂ ਵਿਆਹ ਸ਼ਾਦੀਆਂ ਭੋਗਾਂ ਤੋਂ ਕੀ ਪੇੜੇ ਲੈਣੇ ਨੇ ਕਿਸੇ ਤੋਂ, ਅਸੀਂ ਤਾਂ ਵਿਕਾਸ ਖਾਤਰ। ਇੱਕ ਗੱਲ ਇਹ ਵੀ ਕਹਿੰਦੇ ਹੁੰਦੇ ਆ, ਅਸੀਂ ਐਮਐਲਏ ਜਾਂ ਐਮਪੀ ਤਾਂ ਚੁਣਦੇ ਹੁੰਦੇ ਆ, ਕਹਿੰਦੇ ਪਿੰਡਾਂ ਵਾਲੇ ਖਾਸ ਕਰਕੇ, ਕਦੇ ਭੋਗਾਂ ਤੇ ਬੁਲਾਉਣਾ ਪੈ ਜਾਂਦਾ, ਕਹਿੰਦੇ ਕਦੇ ਵਿਆਹਾਂ ਤੇ ਬੁਲਾਉਣਾ ਪੈ ਜਾਂਦਾ। ਇਹ ਜਿਹੜੇ ਕੜਮ ਚੌਧਰੀ ਮੇਰੇ ਵਰਗੇ ਕੋਹ ਮੂਹਰੇ ਨੇ, ਉਹ ਚਾਹੁੰਦੇ ਨੇ ਐ ਤਾਂ ਫਿਰ 900 ਪਿੰਡ ਹੈ ਨਾ, 900 ਪਿੰਡ ਚੋਂ 50 ਮੌਤਾਂ ਰੋਜ਼ ਦੀਆਂ ਹੁੰਦੀਆਂ ਹੋਣਗੀਆਂ, ਤਾਂ ਫਿਰ ਭੋਗਾਂ ਤੇ ਲੱਗਦਾ ਬਾਈ ਜੀ ਕਿ ਅਸੀਂ ਆਪਦੇ ਕੰਮ ਕਰਾਈਏ, ਅਸੀਂ ਭੋਗਾਂ ਮਰਗਤਾਂ ਤੇ ਵਿਆਹਾਂ ਤੇ ਇਹਨਾਂ ਤੋਂ ਕੀ ਕਰਾਉਣਾ ਲੀਡਰਾਂ ਤੋਂ? ਅਸੀਂ ਤਾਂ ਸਿਸਟਮ ਇਹ ਚਾਹੁੰਦੇ ਆ, ਨਾ ਮਰਗ ਦੇ ਭੋਗ, ਨਾ ਵਿਆਹਾਂ ਦੇ ਭੋਗ, ਨਾ ਕੋਈ ਹੋਰ ਰਿਸ਼ਤੇਦਾਰੀਆਂ 'ਚ। ਜੇ ਭਗਵੰਤ ਮਾਨ ਸੀਐਮ ਬਣਦਾ, ਆਪਦੀ ਰਿਸ਼ਤੇਦਾਰੀ 'ਚ ਕਿਤੇ ਜਾਂਦਾ ਹੈ ਤਾਂ ਪੈਸਾ ਪੱਲਿਓਂ ਖਰਚ ਕੇ ਜਾਵੇ, ਨਾ ਕਿ ਜਨਤਾ ਦਾ ਪੈਸਾ ਖਰਚ ਕੇ ਜਾਵੇ, ਫਿਰ ਵਿਕਾਸ ਹੋਊ। ਇਹ ਜਨਤਾ ਦੇ ਟੈਕਸ ਦਾ ਖੂਨ ਪਸੀਨੇ ਦਾ ਪੈਸਾ ਹੈ। ਇੱਕ ਪਾਸੇ ਧੂਰੀ ਦਾ ਮੁੰਡਾ ਦਲਵੀਰ ਗੋਲਡੀ ਹੈ, ਇੱਕ ਪਾਸੇ ਭਗਵੰਤ ਮਾਨ ਹੈ, ਪਰ ਜਿਹੜਾ ਬੇਨੜੇ ਪਿੰਡ ਵਾਲੇ ਕਿਹਦਾ ਮੰਨਦੇ ਆ ਕਿ ਭਾਰੀ ਕਿਹੜੇ ਵਾਲੇ ਪਾਸੇ? ਦੇਖੋ ਮੈਂ ਤੁਹਾਨੂੰ ਦੱਸਦਾ, ਅੱਜ ਤੁਸੀਂ ਅੱਜ ਲਿਖ ਕੇ ਲੈ ਲਓ, 76 ਤੋਂ 80% ਵੋਟ ਇਕੱਲੇ ਭਗਵੰਤ ਮਾਨ ਨੂੰ ਪਊ ਬੇਨੜੇ 'ਚੋਂ। ਹਾਂ, ਅਸੀਂ ਕੋਈ ਉਹ ਬੱਚਾ ਸਾਡਾ ਇਲਾਕੇ ਦਾ, ਇਹ ਆਇਆ ਹੈ ਉਰੇ ਧੂਰੀ ਆਇਆ ਹੈ ਨਾ, ਜੇ ਧੂਰੀ ਨਾ ਆਉਂਦਾ ਇਹ ਭਗਵੰਤ ਮਾਨ, ਮੈਂ ਦਾਅਵੇ ਨਾਲ ਕਹਿਣਾ ਗੋਲਡੀ ਜਿੱਤਦਾ। ਹਰਾਉਣ ਵਾਲਾ ਤੀ ਮੈਂ, ਆਪਾਂ ਤਾਂ ਸੱਚੇ ਸੁੱਚੇ ਜੇ ਬੰਦੇ ਆਂਗੇ। ਇੱਕ ਤਾਂ ਬੰਦਾ ਹੁੰਦਾ ਚਾਹੇ ਪੋਲੀਟਿਕਸ ਨਾਲ, ਰਾਜਨੀਤੀ ਨਾਲ ਜੁੜਿਆ, ਉਹ ਕੰਮ ਨਹੀਂ। ਲੱਗਦਾ ਕਿ ਦਲਵੀਰ ਗੋਲਡੀ ਵੀ ਜੇ ਆਮ ਆਦਮੀ ਪਾਰਟੀ 'ਚ ਹੁੰਦਾ, ਭਗਵੰਤ ਮਾਨ ਕਿਸੇ ਹੋਰ ਸੀਟ ਤੋਂ ਲੜਦਾ, ਤਾਂ ਦਲਵੀਰ ਗੋਲਡੀ ਦਾ ਕਿਉਂਕਿ ਅਸਲ ਰਸੂਖ ਬਹੁਤ ਹੈ ਇੱਥੇ। ਹੁਣ ਮੈਂ ਦੱਸਾਂ ਗੱਲ, ਦਲਵੀਰ ਗੋਲਡੀ ਇੱਕ ਕੰਮ ਗਲਤ ਕਰ ਗਿਆ, ਇਹਨੇ ਇੱਕ ਕੈਸਟ ਪਾਈ ਆ, ਦੇਖੋ ਲੋਕਾਂ ਲਵੇ ਜਾਂਦੀ ਹੈ ਨਾ, ਇਹਨੇ ਆਪ ਕਿਹਾ, ਕਹਿੰਦਾ ਵੀ ਮੇਰਾ ਇਹੋ ਜਿਹੀ ਹਾਲਾਤ ਹੋ ਗਈ ਤੀ, ਮੈਂ ਘਰ-ਬਾਰ ਸਭ ਕੁਝ ਗਹਿਣੇ ਕਰ ਗਿਆ। ਇਹਦਾ ਕਹਿਣਾ ਨਹੀਂ ਬਣਦਾ ਤੀ ਜਨਤਾ 'ਚ, ਇਹਦਾ ਮਤਲਬ ਬੋ ਆਉਂਦੀ ਆ ਵੀ ਇਹਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ ਨਾ। ਇਹ ਕੈਸਟ ਤਾਂ ਗਲਤ ਆ ਉਹਦੀ ਬੋਲਣਾ ਹੈ ਨਾ। ਉਹ ਲੋਕਾਂ ਨੂੰ ਜਾਗਰਤ ਕਰਤਾ ਮੈਂ ਵੀ ਭ੍ਰਿਸ਼ਟਾਚਾਰ 'ਚ ਲਿਪਤ। ਸਵਾਲ ਬਾਈ ਜੀ ਹੋਰਾਂ ਨੂੰ ਕਰਦੇ ਆ। ਬਾਈ ਜੀ, ਇੱਕ ਪਾਸੇ ਇਹ ਕਹਿੰਦੇ ਆ ਕਿ ਦਲਵੀਰ ਗੋਲਡੀ, ਇੱਕ ਪਾਸੇ ਭਗਵੰਤ ਮਾਨ ਹੈ। ਦਲਵੀਰ ਗੋਲਡੀ ਇਹ ਗੱਲ ਕਰ ਰਿਹਾ ਕਿ ਭਗਵੰਤ ਮਾਨ ਤਾਂ ਜੀ ਬਾਹਰੋਂ ਆ ਕੇ ਪੈਰਾਸ਼ੂਟ ਦੇ ਰਾਹੀਂ ਧੂਰੀ ਦੇ ਵਿੱਚ ਤਾਰਿਆ ਗਿਆ, ਮੈਂ ਧੂਰੀ ਦਾ ਬੇਟਾ ਤੇ ਧੂਰੀ ਦੇ ਲੋਕਾਂ ਦਾ ਬੇਟਾ। ਧੂਰੀ ਦਾ ਹੀ ਬੇਟਾ, ਉਹ 10 ਕਿਲੋਮੀਟਰ ਤੇ ਦਾ ਪਿੰਡ ਆ ਉਹਦਾ, ਭਗਵੰਤ ਮਾਨ ਦਾ। ਇਹਨੂੰ ਗੋਲਡੀ ਨੂੰ ਹਰਾਉਣ ਵਾਲਾ ਨਹੀਂ ਸੀ ਕੋਈ। ਜੇ ਇੱਕ ਤਾਂ ਪੁਲ ਬਣਾਉਣ ਦਾ, ਇੱਕ ਬੜਾ ਹਸਪਤਾਲ ਲਿਆਉਂਦਾ ਡੰਗਰਾਂ ਵਾਲਾ, ਖੜ ਜਾਂਦਾ, ਫਿਰ ਉਹ ਵੀ ਨਹੀਂ ਜਿੱਤਦਾ ਤੀ। ਮੰਨਦੇ ਹੋ ਕਿ ਦਲਵੀਰ ਗੋਲਡੀ ਦਾ ਵੀ ਅਸਲ ਰਸੂਖ ਹੈਗਾਗਾ ਧੂਰੀ ਹਲਕੇ? ਇਹ ਆਹ ਚੀਜ਼ਾਂ ਬਣਾਉਣ ਦਾ, ਪੁਲ ਤੇ ਇੱਕ 20 ਬਾਣੀਆਂ ਪਿੱਛੇ ਉਹਨੇ ਪੁਲ ਨਹੀਂ ਬਣਾਇਆ। ਇੱਕ ਪਾਸੇ ਭਗਵੰਤ ਮਾਨ ਹੋਰੀ ਕੱਲ ਸਪੀਚ ਦੇ ਵਿੱਚ ਇਹ ਵੀ ਹਮਲਾ ਕਰ ਰਹੇ ਸੀ ਉਹਨਾਂ ਤੇ, ਕਹਿੰਦੇ ਦਲਵੀਰ ਗੋਲਡੀ ਦੇ ਵੱਲੋਂ ਵੱਡੀਆਂ ਵੱਡੀਆਂ ਫੈਕਟਰੀਆਂ ਲਾ ਲਈਆਂ ਗਈਆਂ, ਜਿੱਥੇ ਲੋਕਟਾਈਲ ਦੀ ਜ਼ਰੂਰਤ ਹੁੰਦੀ ਹੈ, ਕਹਿੰਦਾ ਆਪਦੀਆਂ ਲੋਕਟਾਈਲ, ਆਪਦੀਆਂ 6-7 ਫੈਕਟਰੀਆਂ ਆਪਦੀਆਂ ਹੀ ਨੇ ਗੋਲਡੀ ਦੀਆਂ, ਉਹੀ ਇੱਟਾਂ ਆਉਂਦੀਆਂ ਸਾਰੇ ਪਿੰਡਾਂ 'ਚ। ਕੀ ਮੰਨਦੇ ਹੋ ਕਿ ਬੇਨੜੇ ਪਿੰਡ ਦਾ ਭਗਵੰਤ ਮਾਨ ਦੇ ਵੱਲੋਂ ਵਿਕਾਸ ਕੀਤਾ ਗਿਆ? ਬੇਨੜੇ ਪਿੰਡ 'ਚ 1 ਰੁਪਈਆ ਨਹੀਂ ਆਇਆ ਪੰਚਾਇਤ ਨਾ, ਇਹ ਤਾਂ ਗੋਲਡੀ ਵੱਲੋਂ, ਭਗਵੰਤ ਮਾਨ ਦੇ ਵੱਲੋਂ ਸੈਂਟਰ ਦਾ ਰੁਪਈਆ ਆਇਆ, ਉਹੀ ਲੱਗਿਆ ਪਿੰਡ 'ਚ ਗੋਲਡੀ ਵੱਲੋਂ। ਹਾਂ, ਸਰਪੰਚ ਕਹਿ ਰਿਹਾ ਆਪ। ਅੱਛਾ, ਤੇ ਜਾਣੀ ਇੱਕ ਮੈਂ ਤੁਹਾਡੇ ਪਿੰਡ ਦੇ ਨਾਲ ਗੱਲਬਾਤ ਕਰ ਰਿਹਾ ਸੀ, ਉਹ ਤਾਂ ਕਹਿੰਦੇ ਭਗਵੰਤ ਮਾਨ ਨੇ ਸਾਡੇ ਪਿੰਡ ਦਾ ਆ ਕੇ ਮੂੰਹ ਵੀ ਨਹੀਂ ਦਿਖਾਇਆ ਹੈਗਾ, ਤੇ ਕਦੇ ਮਿਲਿਆ ਵੀ ਹੈ ਨਹੀਂ ਆਮ ਲੋਕਾਂ ਨੂੰ ਆ ਕੇ। ਭਗਵੰਤ ਮਾਨ ਆਉਂਦਾ, ਉਹਦੀ ਮਾਂ ਵੀ ਆਈ ਆ, ਉਹ ਸਾਰੇ ਆਏ ਨੇ, ਉਹ ਵੀ ਆਉਂਦਾ ਰਹਿੰਦਾ। ਹਾਂ, ਤੇ ਕਿਵੇਂ ਬਾਬਾ? ਸਾਡੇ ਪਿੰਡ ਜੋ ਇਹੀ ਜਿੱਤੂ ਤੇਰੇ ਝਾੜੂ ਵਾਲਾ। ਹਾਂ, ਅੱਛਾ ਬਾਈ, ਕੀ ਲੱਗਦਾ ਕਿ ਵਿਕਾਸ ਹੋਇਆ ਪਿੰਡ ਦਾ? ਹਾਂ, ਭਗਵੰਤ ਮਾਨ ਨੇ ਹਾਂ ਵੀਰੇ ਕੀਤਾ। 14 ਲੱਖ ਰੁਪਏ ਦੱਸ ਰਹੇ ਨੇ ਵੀ ਲਾਇਆ ਸਕੂਲ ਤੇ। ਬਾਈ ਆਪਾਂ ਨੂੰ ਵਿੱਦਿਆ ਦੀ ਜ਼ਰੂਰਤ ਹੈ, ਉਹਤੇ ਉਹਨੇ ਪੈਸਾ ਦਿੱਤਾ ਹੈ। ਬਾਕੀ ਕੁਛ ਸਾਨੂੰ ਉਹਨੂੰ ਸਾਡੇ ਪਿੰਡ ਦਾ ਵਿਕਾਸ ਨਹੀਂ ਕਰਨ ਦਿੱਤਾ ਨਹੀਂ ਗਿਆ। ਕਿਉਂ ਨਹੀਂ ਕਰਨ ਦਿੱਤਾ? ਬਸ ਉਹੀ ਯਾਰ ਵੀ ਆਪਣੇ ਸਾਡੇ ਜਿਹੜਾ ਸਰਪੰਚ ਹੈ ਕਾਂਗਰਸ ਦਾ, ਇਹ ਭਗਵੰਤ ਮਾਨ ਨੇ ਕਿਹਾ ਸੀ ਕਿ ਤੁਸੀਂ ਪਿੰਡ ਦਾ ਸਰਪੰਚ ਚੁਣੋ, ਨਾ ਹੀ ਕਿਸੇ ਪਾਰਟੀ ਦਾ। ਹਾਂ, ਉਹ ਤਾਂ ਹੀ ਕਹਿੰਦੇ ਵੀ ਗੋਦ ਲੈ ਘਰਾਂ ਚੋਂ ਜਾ ਕੇ ਦੇਖੋ, ਉੱਥੇ ਵੱਟ ਕੱਢਤੇ। ਉਹ ਪੰਚਾਇਤ ਤੋਂ ਉਲਟ ਹੋ ਕੇ ਪਿੰਡ ਨੇ ਕਿਹਾ ਵੀ ਸਰਪੰਚ ਇੱਕ ਪਾਸੇ ਦੀ, ਸਾਰਾ ਪਿੰਡ ਇੱਕ ਪਾਸੇ ਦੀ। ਹਾਂ, ਇਹ ਅਸਲ ਸੱਚਾਈ ਆ, ਜਿਵੇਂ ਬਾਈ ਹੋਰਾਂ ਨੇ ਦੱਸਿਆ ਕਿ ਵਿਕਾਸ ਪਿੰਡ ਦਾ ਹੋਇਆ ਤੇ ਭਗਵੰਤ ਮਾਨ ਦੇ ਵੱਲੋਂ ਕੀਤਾ ਵੀ ਗਿਆ, ਪਰ ਕੁਝ ਘੜਕੇ ਵੀ ਲੱਗੇ, ਪਰ ਫਿਰ ਵੀ ਕੰਮ ਕਹਿੰਦੇ ਸਾਡੇ ਪਿੰਡ ਦੇ ਹੋਏ ਆ। ਇਹ ਪਿੰਡ ਬੇਨੜਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਤੇ ਹਲਕਾ ਧੂਰੀ ਪੈ ਜਾਂਦਾ ਹੈ। ਬੇਨੜੇ ਪਿੰਡ ਦੇ ਨਾਲ ਭਗਵੰਤ ਮਾਨ ਦਾ ਬਹੁਤ ਖਾਸ ਰਿਸ਼ਤਾ ਦੱਸਿਆ ਜਾਂਦਾ, ਜਿਵੇਂ ਭਗਵੰਤ ਮਾਨ ਦੇ ਵੱਲੋਂ ਇਹ ਪਿੰਡ ਗੋਦ ਲਿਆ ਜਾਂਦਾ। ਕਿੰਨਾ ਕੁ ਵਿਕਾਸ ਹੋਇਆ ਉਹ ਕੈਮਰੇ ਸਾਹਮਣੇ ਲੋਕਾਂ ਤੋਂ ਤੁਹਾਨੂੰ ਸੁਣਵਾਇਆ। ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ। ਦੇਖਦੇ ਰਹੋ ਸਫਰ ਟੀਵੀ।